बिस्मिल्लाहिर्रहमानिर्रहीम अस्सलाम वालेकुम नाइमरोज़ टीवी मुबारक जी ਤੁਹਾਡੀ ਖidmat 'ਚ ਹਾਜ਼ਰ ਹੈ ਨਾਜ਼ਰੀਨ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਤੁਹਾਨੂੰ ਮਿਲਦੇ ਰਹਿਣ। ਅੱਜ ਪਾਕਿਸਤਾਨ ਦੀ ਵੀ ਗੱਲਬਾਤ ਹੋਏਗੀ ਕਰੋਨਾ ਵਾਇਰਸ ਨਾਜ਼ਰੀਨ। ਕਰੋਨਾ ਵਾਇਰਸ ਯੂਰਪ ਦੇ ਵਿੱਚ ਥੋੜ੍ਹਾ ਫਿਰ ਤੇਜ਼ ਹੋਇਆ ਕੰਮ। ਦੇਖੋ ਕਿ ਕਿੰਨੇ ਦਿਨ ਇਸ ਤਰ੍ਹਾਂ ਚੱਲਣਾ ਵਾਲਾ ਲੋਕੀ एहतियात भी कर रहे तो नहीं भी कर रहे, दोनों चीज़ां ਹੁਣ ਚੱਲ ਰਹੀਆਂ ਨੇ क्योंकि देखण जा रहा है कि काफ़ी लोग ਜਿਹੜੇ ਨੇ ਉਹ एहतियात नहीं कर रहे। ਇੱਥੇ ਵੀ ਹੁਣ ਮਾਸਕ ਵਗੈਰਾ ਮਾਰਕੀਟਾਂ 'ਚ ਤਾਂ ਲਾਉਂਦੇ ਨੇ, ਮਗਰ ਮੈਂ ਦੇਖਿਆ ਕਿ ਮੇਲ ਜੋਲ ਵੱਧਦਾ ਜਾ ਰਿਹਾ, ਇੱਕ ਦੂਜੇ ਨੂੰ ਮਿਲ ਰਹੇ ਨੇ ਲੋਕ। ਏਸ਼ੀਅਨ ਵਾਲਾ ਇਸ ਤਰ੍ਹਾਂ ਹੀ ਨਜ਼ਰ ਆ ਰਹੇ ਨੇ। ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕੀ ਹਾਲਾਤ ਜਾਂਦੇ ਨੇ। ਤੇ ਹੁਣ ਤੁਹਾਡੇ ਨਾਲ ਗੱਲ ਹੋਏਗੀ ਜਨਾਬ ਪਾਕਿਸਤਾਨ ਦੀ ਕਿ ਪਾਕਿਸਤਾਨ ਇਮਰਾਨ ਖਾਨ ਦੀ ਹਕੂਮਤ ਨੂੰ ਜੋ ਟਾਈਮ ਗੁਜ਼ਰਨ ਡਿਆ ਲੋਕਾਂ ਨੂੰ ਕੋਈ ਅੱਛੀਆਂ ਖਬਰਾਂ ਨਹੀਂ ਉਹਦੀਆਂ ਮਿਲ ਰਹੀਆਂ। ਔਰ ਹੁਣ ਚੌਧਰੀ ਬਰਾਦਰਾਨ ਨੇ ਵੀ ਸੋਚਿਆ ਇਹ ਵਾ ਕਿ ਪੰਜਾਬ ਦੀ ਜਿਹੜੀ ਹੁਕਮਰਾਨੀ ਉਹਨਾਂ ਦੇ ਕੋਲ ਹੋਣੀ ਚਾਹੀਦੀ। ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਚੌਧਰੀ ਬਰਾਦਰਾਨ ਇਹਦੀ ਡਿਮਾਂਡ ਕਰਨਗੇ ਕਿ ਮੈਨੂੰ ਚੌਧਰੀ ਪਰਵੇਜ਼ ਲਾਈ ਨੂੰ ਵਜ਼ੀਰ ਆਲਾ ਬਣਾਇਆ ਜਾਏ। ਇਮਰਾਨ ਖਾਨ ਦਾ ਮਸਲਾ ਇਹ ਹੋਇਆ ਕਿ ਜਿਹੜਾ ਵਜ਼ੀਰ ਆਲਾ ਪੰਜਾਬ ਦਾ ਸੀ ਉਹਦੀ ਕੋਈ ਕਾਰਕਰਦਗੀ ਨਜ਼ਰ ਵੀ ਨਹੀਂ ਆਈ ਲੋਕਾਂ ਨੂੰ, ਕੋਈ ਉਹਦੀ ਦੌੜ ਭੱਜ ਵੀ ਨਜ਼ਰ ਨਹੀਂ ਆਈ। ਸਾਡੇ ਪ੍ਰੋਬਲਮ ਇਹ ਵਾ ਕਿ ਥੋੜ੍ਹੀ ਜਿਹਾ ਬੰਦੇ ਨੂੰ ਓਵਰ ਹੋ ਕੇ ਐਕਟਿੰਗ ਕਰਨੀ ਪੈਂਦੀ ਹੈ, ਫਿਰ ਲੋਕ ਉਹਦੀ ਨਾ ਬੱਲੇ ਬੱਲੇ ਕਹਿਣਗੇ। ਸ਼ਰੀਫ ਆਦਮੀ ਨੂੰ ਤੇ ਤੁਹਾਨੂੰ ਪਤਾ ਹੀ ਮੁਹੱਲੇ 'ਚ ਵੀ ਕੋਈ ਰਹਿ ਰਿਹਾ ਤੇ ਉਹਦੀ ਕੋਈ ਹਸੀਅਤ ਨਹੀਂ ਹੁੰਦੀ। ਉਹ ਪਾਕਿਸਤਾਨ ਦੇ ਵਿੱਚ ਕੋਈ ਬੰਦਾ ਭਾਵੇਂ ਸਿਆਣਾ ਵੀ ਹੋਏ ਸ਼ਰੀਫ ਵੀ ਹੋਏ, ਅਗਰ ਬਹੁਤ ਸ਼ਰੀਫ ਹੋਏ ਤੇ ਜਦੋਂ ਕਿਤੇ ਮਸ਼ਵਰਾ ਕਰਨ ਲੱਗਦੇ ਨੇ ਸਾਰੇ ਤੇ ਉਹਨੂੰ ਜੀ ਕਮਰੇ 'ਚੋਂ ਬਾਹਰ ਕੱਢ ਦਿੰਦੇ ਕਿਉਂਕਿ ਕੋਈ ਅਕਲ ਦੀ ਗੱਲ ਨਾ ਆ ਜਾਏ ਕਿਸੇ ਕੋਲ। ਉਹਨੂੰ ਕੋਈ ਤਰੀਕਾ ਐਸਾ ਕਰਦੇ ਜਾਂ ਉਹਨੂੰ ਬੁਲਾਉਣਗੇ ਨਹੀਂ ਜਾਂ ਉਹਨੂੰ ਕਮਰੇ ਦੇ ਵਿੱਚੋਂ ਕਹਿਣਗੇ ਕਿ ਤੁਸੀਂ ਥੋੜ੍ਹੀ ਦੇਰ ਬਾਹਰ ਚੱਲ ਜਾਓ। ਇਸੇ ਵਜ੍ਹਾ ਤੋਂ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਸਿਆਸਤ ਜਿਹੜੀ ਹੈ ਪਾਕਿਸਤਾਨ ਦੀ ਮੇਰਾ ਖਿਆਲ ਹੈ ਕਿ ਥੋੜ੍ਹੀ ਬਹੁਤੀ ਤਬਦੀਲ ਹੋਏਗੀ। ਹੁਣ ਉਹ ਦੇਖੋ ਕਿ ਪੰਜਾਬ ਦੀ ਹੁੰਦੀ ਹੈ ਕਿਉਂਕਿ ਹੁਣ ਆਇਆ ਵਾ ਕਿ ਇਹਨਾਂ ਨੇ ਦੇਣਾ ਝਟਕਾ ਪੂਰਾ। ਇਹ ਤਬਸਰਾ ਮੈਂ ਤੁਹਾਨੂੰ ਆਪਣਾ ਜ਼ਾਤੀ ਦੱਸ ਲਿਆ ਹੁੰਨਾ, ਮੈਂ ਕਿਸੇ ਕੋਲ ਪੁੱਛਦਾ ਨਹੀਂ, ਨਾ ਜ਼ਰੂਰਤ ਹੈ। ਇਹ ਦੇਣਗੇ ਵਫਾਕ ਨੂੰ ਝਟਕਾ। ਜਦੋਂ ਇਹ ਵਫਾਕ ਨੂੰ ਝਟਕਾ ਦੇਣਗੇ ਤੇ ਇਮਰਾਨ ਖਾਨ ਫਿਰ ਇਹਦੇ ਉੱਤੇ ਰਾਜ਼ੀ ਹੋ ਜਾਏਗਾ ਕਿ ਪੰਜਾਬ ਦੀ ਹਕੂਮਤ ਇਹਨਾਂ ਨੂੰ ਦੇ ਦੀਏ। ਮੌਤ ਦਿਖਾ ਕੇ ਬਿਮਾਰੀ ਤੇ ਰਾਜ਼ੀ ਕਰ ਲੈਣਗੇ। ਬਾਕੀ ਤੁਸੀਂ ਸਮਝਦਾਰ ਜੇ, ਹੁਣ ਇਹ ਵਕਤ ਦੱਸੇਗਾ ਕਿ ਇਹ ਕੀ ਕਰਨਗੇ, ਮਗਰ ਕਰਨਗੇ ਕੁਛ ਨਾ ਕੁਛ ਹੁਣ ਜ਼ਰੂਰ। ਨਾਜ਼ਰੀਨ ਉਹਦੇ ਇਲਾਵਾ ਕੁਰਬਾਨੀ ਦੀ ਈਦ ਗੁਜ਼ਰ ਗਈ ਔਰ ਗੰਦਗੀ ਬੇਸ਼ੁਮਾਰ ਪਾਕਿਸਤਾਨ ਦੇ ਵਿੱਚ। ਕਰਾਚੀ ਲੈ ਲਓ, ਵੈਸੇ ਹੀ ਉੱਥੇ ਪਹਿਲੇ ਹੀ ਬਹੁਤ ਗੰਦਗੀ। ਲਾਹੌਰ ਲੈ ਲਓ, ਕੰਪਨੀਆਂ ਲੱਗੀਆਂ ਦੀਆਂ ਤਾਂ ਹੈ ਨੇ ਮਗਰ ਕਿਉਂਕਿ ਸੁਸਤ ਰਵੀ ਦਾ ਸ਼ਿਕਾਰ ਨੇ ਔਰ ਅਗਰ ਇਹਨਾਂ ਨੇ ਜਲਦੀ ਸਫਾਈ ਨਾ ਕੀਤੀ ਤਾਂ ਬਿਮਾਰੀ ਫੈਲਣ ਦਾ ਵੀ ਖਤਰਾ ਹੈ। ਨਾਜ਼ਰੀਨ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਇਹ ਇਸ਼ੂ ਤਾਂ ਬਣਦਾ ਹੈ ਕਿ ਜਿਉਂ ਹੀ ਈਦ ਗੁਜ਼ਰਦੀ ਹੈ ਤੇ ਸਫਾਈ ਦਾ ਸਭ ਤੋਂ ਵੱਡਾ ਇਸ਼ੂ ਹੋ ਜਾਂਦਾ। ਨੋਰਮਲ ਹਰ ਮੁਹੱਲੇ ਦੇ ਵਿੱਚ ਐਸਾ ਸਿਸਟਮ ਹੋਣਾ ਚਾਹੀਦਾ ਕਿ ਡੇਲੀ ਦੀ ਡੇਲੀ ਸਫਾਈ ਹੋਏ, ਕੋਈ ਗੰਦਗੀ ਨਾ ਹੋਏ ਔਰ ਲੋਕੀ ਜਿਹੜੀ ਜਗ੍ਹਾ ਹੈ ਮੁਕਰਰ ਉੱਥੇ ਪਛਾਣ ਹਰ ਚੀਜ਼ ਜਿਹੜੀ ਵੀ ਸੁੱਟਣ ਵਾਲੀ। ਮਗਰ ਕਿਉਂਕਿ ਪਾਕਿਸਤਾਨ ਜ਼ਿੰਦਾਬਾਦ, ਜਿੱਥੇ ਜਿਹਦਾ ਦਿਲ ਕਰਦਾ ਉੱਥੇ ਸੁੱਟ ਕੇ ਗਾਇਬ ਹੋ ਜਾਂਦਾ, ਵੀ ਕਿਸੇ ਨੇ ਕਿਹੜਾ ਪੁੱਛਣਾ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ, ਇਹਦੇ ਨਾਲ ਕਈ ਮਸਾਇਲ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਉਹਦੇ ਇਲਾਵਾ ਨਾਜ਼ਰੀਨ ਜਿਹੜਾ ਅਸੀਂ ਰੋਜ਼ ਤਬਸਰਾ ਕਰਨੇ ਆ ਜੋ ਵੀ ਜ਼ਰੂਰੀ ਵਿੱਚ ਹੁੰਦਾ ਕਿ ਮਜ਼ਹਬੀ ਨਫ਼ਰਤ ਬਹੁਤ ਤੇਜ਼ੀ ਨਾਲ ਪਾਕਿਸਤਾਨ 'ਚ ਫੈਲਾਈ ਜਾ ਰਹੀ ਹੈ ਜਿਹਦੀ ਜ਼ਰੂਰਤ ਨਹੀਂ ਹੈਗੀ ਵੈਸੇ, ਔਰ ਇਹ ਤਕਲੀਫ ਦੇ ਉੱਥੇ ਅਸੀਂ ਅੱਗੇ ਵੀ ਦੱਸ ਚੁੱਕੇ ਹਾਂ ਕਿ ਲੋਕਾਂ ਨੂੰ ਮਜ਼ਹਬੀ ਆਜ਼ਾਦੀ ਨਹੀਂ ਅਹਿਮਦੀ ਨੇ। ਮਸਲਨ ਉਹਨਾਂ ਨੂੰ ਉੱਥੇ ਨਮਾਜ਼ ਦੀ ਇਜਾਜ਼ਤ ਨਹੀਂ, ਅਜ਼ਾਨ ਦੀ ਇਜਾਜ਼ਤ ਨਹੀਂ ਹੈਗੀ, ਹੋਰ ਵੀ ਕਈ ਮਸਾਇਲ ਨੇ। ਲੇਕਿਨ ਇਮਰਾਨ ਖਾਨ ਸਾਹਿਬ
ਤੁਸੀਂ ਵਾਅਦਾ ਤੇ ਕੀਤਾ ਸੀ ਕਿ ਕਾਇਦੇ ਆਜ਼ਮ ਵਾਲਾ ਪਾਕਿਸਤਾਨ ਬਣੇਗਾ, ਮਗਰ ਨਹੀਂ, ਤੁਸੀਂ ਵੀ ਨਾਕਾਮ ਇਸ ਮਾਮਲੇ 'ਚ ਹੋਏ। ਮੈਂ ਕਈ ਦਫਾ ਕਿਹਾ ਤੁਹਾਨੂੰ ਕਿ ਇਹਦੀ ਬੁਨਿਆਦੀ ਜਿਹੜੀ ਚੀਜ਼ ਹੈ ਆਇਨ ਦੇ ਵਿੱਚ 74 ਨੂੰ ਉਹ ਆਇਨ 'ਚੋਂ ਖਤਮ ਕਰਕੇ ਆਰਡੀਨੈਂਸ ਜਿਹੜਾ 84 'ਚ ਜ਼ਿਆਉਲ ਹੱਕ ਨੇ ਵੀ ਜਾਰੀ ਕੀਤਾ ਉਹਨੂੰ ਵੀ ਖਤਮ ਕਰੋ, ਇਹਨੂੰ ਉਸ ਜਗ੍ਹਾ 'ਤੇ ਵਾਪਸ ਲਿਆਓ। ਸਭ ਤੋਂ ਪਹਿਲੇ ਉਹਦੀ ਬੁਨਿਆਦ ਠੀਕ ਕਰੋ ਕਿ ਜਿਹੜਾ ਪਹਿਲੇ ਪਾਕਿਸਤਾਨ ਸੀ, ਉਹਦੇ ਬਾਅਦ ਐਸੇ ਕਵਾਨੀਨ ਬਣਾਓ ਕਿ ਲੋਕੀ ਜਿਹੜੇ ਇੱਕ ਦੂਜੇ ਨੂੰ ਇਹੋ ਜਿਹੀ ਤਾਲੀਮ ਦੇਣ ਕਿ ਮਜ਼ਹਬ ਦੇ ਨਾਮ 'ਤੇ ਤੁਸੀਂ ਫਸਾਦ ਕਰੋ, ਫਿਤਨਾ ਕਰੋ, ਉਹਨਾਂ ਨੂੰ ਸਜ਼ਾਵਾਂ ਦੇਵੋ। ਕੁਛ ਨੂੰ ਤੁਸੀਂ ਸਜ਼ਾਵਾਂ ਦੇਵੋਗੇ ਤੇ ਬਾਕੀ ਆਪ ਹੀ ਠੀਕ ਹੋ ਜਾਣਗੇ, ਕਿਉਂਕਿ ਬਾਕੀ ਵੀ ਬੁਜ਼ਦਿਲ ਨੇ, ਜਿਨ੍ਹਾਂ ਨੂੰ ਅੱਗੇ ਇਸਤੇਮਾਲ ਕਰਦੇ ਨੇ। ਜਦੋਂ ਉਹ ਫੜੇਗੇ ਨਾਲ ਉਹਨਾਂ ਨੂੰ ਪੁੱਛੋ ਕਿ ਕਿਹਨਾਂ ਨੇ ਤੁਹਾਨੂੰ ਕਿਹਾ ਵਾ, ਉਹਨਾਂ ਨੂੰ ਵੀ ਫੜੋ ਨਾਲ। ਮੁਲਕ ਨੂੰ ਠੀਕ ਕਰਨ ਲਈ ਇਹ ਬਹੁਤ ਜ਼ਰੂਰੀ ਹੈ, ਵਰਨਾ ਤੁਸੀਂ ਦੇਖ ਰਹੇ ਜੇ ਕਿ ਹਾਲਾਤ ਦਿਨ ਬ ਦਿਨ ਕਿੰਝ ਖਰਾਬ ਹੋ ਰਹੇ ਨੇ। ਦਿਨ ਦਿਹਾੜੇ ਅਦਾਲਤਾਂ 'ਚ ਕਤਲ ਹੋ ਜਾਂਦੇ ਨੇ, ਕੋਈ ਉਹਦਾ ਪੁੱਛਣ ਵਾਲਾ ਨਹੀਂ ਹੈ। ਇੱਕ ਨੂੰ ਸਜ਼ਾ ਹੋ ਜਾਏਗੀ, ਫਿਰ ਇਹ ਮਸਲੇ ਇੰਝ ਹੱਲ ਨਹੀਂ ਹੋਣੇ। ਪਹਿਲੇ ਇਹਦੀ ਬੁਨਿਆਦ ਠੀਕ ਕਰੋ। ਪਹਿਲੇ ਉਹ ਪਾਕਿਸਤਾਨ ਬਣਾਓ ਜਿਹੜਾ ਕਾਇਦੇ ਆਜ਼ਮ ਦਾ ਪਾਕਿਸਤਾਨ ਸੀ, ਜਿਹਦੇ 'ਚ ਅਸੀਂ ਇੱਕ ਕੌਮ ਬਣਨਾ ਚਾਹੁੰਦੇ ਸੀ। ਉਨੀ ਦੇਰ ਤੱਕ ਤੁਸੀਂ ਇਹ ਉੱਤੇ ਜੋ ਮਰਜ਼ੀ ਕਰਦੇ ਰਹੋ, ਬੁਨਿਆਦ ਅਗਰ ਠੀਕ ਨਹੀਂ ਤੇ ਸਿਸਟਮ ਠੀਕ ਨਹੀਂ ਜੇ ਚੱਲਦਾ। ਦੀਵਾਰਾਂ ਵਿੰਗੀਆਂ ਰਹਿ ਜਾਂਦੀਆਂ ਨੇ, ਦਰਾੜਾਂ ਪੈ ਜਾਂਦੀਆਂ ਨੇ, ਬਿਲਡਿੰਗ ਮਜ਼ਬੂਤ ਨਹੀਂ ਹੁੰਦੀ। ਇਸ ਤੋਂ ਬਿਹਤਰ ਇਹ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਇਹ ਜਨਾਬੇ ਅਲੀ ਐਸੇ ਕਵਾਨੀਨ ਨੇ ਜਿਹੜੇ ਮਜ਼ਹਬੀ, ਉਹਨਾਂ ਨੂੰ ਖ਼ਤਮ ਕਰੋ। ਉਹਦੇ ਬਾਅਦ ਜਿਹੜੇ ਲੋਕ ਫਿਰ ਕੇਸ ਵੈਸੇ ਨਹੀਂ ਕਰਨਗੇ। ਇੱਕ ਇਸਲਾਮੀ ਮੁਲਕ ਦੇ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ ਗੁਸਤਾਖੀ ਮੇਰਾ ਨਹੀਂ ਖਿਆਲ ਕੋਈ ਕਰੇ, ਅਗਰ ਅਸੀਂ ਉਹਨਾਂ ਦੇ ਜਿਹੜੇ ਜਿਸ ਤਰ੍ਹਾਂ ਉਹਨਾਂ ਤਾਲੀਮ ਦਿੱਤੀ ਉਹਦੇ ਉੱਤੇ ਅਮਲ ਕਰੀਏ। ਉਹਨਾਂ ਦੀ ਤਾਲੀਮ ਹੀ ਬੜੀ ਪਿਆਰੀ ਹੈ। ਅਸੀਂ ਆਪਣੇ ਅਖਲਾਕ ਦਰੁਸਤ ਕਰੀਏ, ਆਪਣੇ ਆਪ ਨੂੰ ਠੀਕ ਕਰੀਏ। ਕਿਸੇ ਦੀ ਕੀ ਜ਼ਰੂਰਤ ਹੈ ਕਿ ਸਾਡੇ ਮਜ਼ਹਬ ਨੂੰ ਜਾਂ ਸਾਡੇ ਪਿਆਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨੂੰ ਕੋਈ ਗਲਤ ਕਵੇ, ਨਾਉਜ਼ੁਬਿਲਲਾ, ਕਿਉਂਕਿ ਸਾਡੇ 'ਚ ਆਪਣੇ 'ਚ ਕਮਜ਼ੋਰੀਆਂ ਨੇ। ਸਾਨੂੰ ਪਹਿਲੇ ਉਹ ਠੀਕ ਕਰਨੀਆਂ ਪੈਣਗੀਆਂ, ਉਹਦੇ ਬਾਅਦ ਕਿਸੇ ਦੀ ਜ਼ਰੂਰਤ ਨਹੀਂ ਹੈਗੀ। ਸਾਡਾ ਚੈਨਲ ਜਿਹੜਾ 9 TV ਅੱਲਾ ਦੇ ਫਜ਼ਲ ਨਾਲ ਬੇਸ਼ੁਮਾਰ ਲੋਕ ਦੇਖ ਰਹੇ ਨੇ। ਕੱਲ੍ਹ ਖਾਕਸਾਰ ਇੱਕ ਜਗ੍ਹਾ ਸੈਰ ਲਈ ਗਿਆ ਸੀ, ਉੱਥੇ ਵੀ ਜਿੰਨੇ ਵੀ ਦੋਸਤ ਮਿਲੇ ਇਤਫਾਕਨ ਹੀ ਮਿਲ ਗਏ। ਕਾਫੀ ਦੂਰ ਤੋਂ ਵੀ ਆਏ ਸੀ, ਕੋਈ ਨਜ਼ਦੀਕ ਤੋਂ ਵੀ ਆਏ ਸੀ। ਉਹਨਾਂ ਨੂੰ ਜਦੋਂ ਮੈਂ ਪੁੱਛਿਆ, ਉਹਨਾਂ ਨੇ ਕਿਹਾ ਜੀ ਅਸੀਂ 9 TV ਦੇਖਣੇ ਬੜੇ ਸ਼ੌਕ ਨਾਲ, ਔਰ ਸਾਨੂੰ ਖੁਸ਼ੀ ਹੁੰਦੀ ਹੈ। ਨਾਜ਼ਰੀਨ, ਸਾਡਾ ਮਕਸਦ ਇਹ ਵਾ ਕਿ ਸਿਰਫ ਸੱਚ ਔਰ ਹਕੀਕਤ ਜਿਹੜੀ ਹੈ ਉਹਦੇ ਉੱਤੇ ਗੱਲ ਕੀਤੀ ਜਾਏ। ਕਿਸੇ ਨੂੰ ਅਸੀਂ ਪਹਿਲੇ ਨਹੀਂ ਦੱਸਦੇ ਤੂੰ ਇਹ ਬੋਲਣਾ, ਤੂੰ ਉਹ ਬੋਲਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜੁੜ ਜਾਓ 9 TV ਦੇ ਨਾਲ। ਮਿਲਾਂਗੇ ਅਗਲੇ ਪ੍ਰੋਗਰਾਮ 'ਤੇ। ਅੱਲਾ ਹਾਫਿਜ਼।